परम सत्कारयोग सतगुरां दी साजी निवाजी गुरु रूप प्यारी साध संगत जी, परमेश्वर दे चरना कमलों विखे आपो अपनियां हाजरियां भरन दे यतन कीते हन। सतगुरु महाराज जी किरपा करते ने, निता प्रति कर्म अनुसार परमेश्वर दे चरनां विच बैठण दा सुभाग समा प्राप्त हुंदा है। मनुखता कुछ ना कुछ अपनी जिंदगी दे विच सिखण दे यतन करते ने कि जो वचन गुरु ग्रंथ साहिब जी महाराज जी ने मनुखता की प्रथाए उचारण किए ने कि तेरी ये जिहड़ी देही है, ये देही असी अपने रहन बसेरे वास्ते तैयार की हुई है। सारियां जोनियां दा तैनूं सरदार बनाया। इस देही को सिमरै देव, सो देही भज हर की सेव। इस देही नूं परमेश्वर दी दरगाह दे अंदर देवते तरसदे ने कि मनुखा देही मिले। मनुखा देही दे हुंदियां होइयां परमेश्वर दा नाम जप के सदा वास्ते मुक्त होइए। भजो गोविंद भूल मत जाहो, मानस जन्म का एही लाहो। मनुखा जन्म दा ये ला है। तो सिमरन बंदगी कर परमेश्वर दी, तां कि जिहड़ा तैनूं ये जन्म मिलिया है, ये जन्म सफला हो जावे। तेरा मरना भी समाज दे विच सफला हो जावे। आउण जाण दा जिहड़ा चक्कर है, ये सदा वास्ते तेरा खत्म हो जावे। हर एक मनुख की इच्छा इहो ही है, पर हर एक मनुख जिहड़ा है वो केवल ते केवल अपनी रसना दे नाल कहण तक ही संबंध उसने रखे ने। संसार दे नाल इन्ना नेहो है, इन्ना प्रेम भावना इसदी है कि संसार नूं ये किसी भी कीमत ते छड्डना नहीं चाहुंदा। संसार नूं ते इहने की छड्डना है। जिंदगी दे विच जो भी इहनूं मिले है, ये कुछ भी नहीं छड्डना चाहुंदा। भावें अज उम्र 80-90 साल दी हो गई, हजे तक ये बचपने नूं छड्डना नहीं चाहुंदा। बड़ियां गल्लां चेते करदा, हजे तक बचपना छड्डना नहीं चाहुंदा। भावें अज 20-25 साल की उम्र हो गई है, नौजवान है, जवानी दे विच जोश है, होश है, संभलना है जवानी दे विच, पर फिर भी जवानी दे विच पहुँच गया, हजे तक बचपने दीयां गल्लां चेते विच ही रखदा, लगातार भुलदा नहीं।
ਮਹਾਰਾਜ ਕਹਿੰਦੇ ਹੁਣ ਤੈਨੂੰ ਜਿਹੜਾ ਉਹਨੂੰ ਚੇਤੇ ਕਰ ਕਰਕੇ ਸਮੇਂ ਨੂੰ ਪਛਚਾਤਾਪ ਕਰ ਸਕਦਾ। ਇਹਨਾਂ ਚੀਜ਼ਾਂ ਦੇ ਵਿੱਚੋਂ ਤੈਨੂੰ ਦੁਬਾਰੇ ਕੁਛ ਵੀ ਨਹੀਂ ਹੁਣ ਮਿਲਣਾ, ਨਾ ਬਚਪਨਾ ਮਿਲੇ, ਨਾ ਤੈਨੂੰ ਹੁਣ ਜਵਾਨੀ ਮਿਲੇ। ਜਿਹੜਾ ਸਮਾਂ ਲੰਘ ਗਿਆ ਉਹ ਤੇ ਹੁਣ ਲੰਘ ਗਿਆ, ਤੈਨੂੰ ਦੁਬਾਰੇ ਉਸ ਦੀ ਪ੍ਰਾਪਤੀ ਨਹੀਂ ਹੋਣੀ। ਪਰ ਬੰਦਾ ਫਿਰ ਵੀ ਆਪਣੇ ਬਚਪਨੇ ਨੂੰ, ਆਪਣੀ ਜਵਾਨੀ ਨੂੰ ਇਹ ਛੱਡਣਾ ਨਹੀਂ ਚਾਹੁੰਦਾ। ਕਦੇ ਉਮਰ ਲੁਕਾਉਂਦਾ, ਕਦੇ ਸਰੀਰ 'ਤੇ ਆਏ ਕੇਸਾਂ ਨੂੰ ਛਪਾਉਂਦਾ, ਬੜੇ ਯਤਨ ਕਰਦਾ, ਬੜੇ ਯਤਨ ਇਸ ਦੇ ਕੋਲੇ। ਇਹ ਪੂਰੀ ਦੀ ਪੂਰੀ ਵਾਹ ਲਾ ਦਿੰਦਾ ਹੈ ਕਿ ਮੈਂ ਹਜੇ ਬੁੱਢਾ ਨਹੀਂ ਹਾਂ, ਜਵਾਨ ਹਾਂ, ਪੂਰੀ ਵਾਹ ਲਾ ਦਿੰਦਾ ਹੈ। ਅਤੇ ਜਿਹੜੇ ਜਵਾਨ ਨੇ ਉਹ ਤਾਂ ਕਦੇ ਬਚਪਨੇ ਦੇ ਵਿੱਚੋਂ ਨਿਕਲਦੇ ਹੀ ਨਹੀਂ ਹੈ। ਜੇ ਕੋਈ ਨਿਕਲ ਵੀ ਜਾਵੇ, ਉਹਨਾਂ ਨੂੰ ਕਹਿਣ ਵਾਲੇ ਬਥੇਰੇ ਬੈਠੇ ਨੇ, ਤੁਸੀਂ ਹਜੇ ਬੱਚੇ ਹੋ, ਤੁਹਾਡੀ ਉਮਰ ਹਜੇ ਨਿਆਣੀ ਹੈ। ਤਕਰੀਬਨ ਜਿੰਨਾ ਸਮਾਂ ਮਾਂ ਬਾਪ ਬੱਚੇ ਦੇ ਬੈਠੇ ਹੋਣ, ਇਹਨੂੰ ਕਦੇ ਸਿਆਣਾ ਹੋਣ ਹੀ ਨਹੀਂ ਦਿੰਦੇ। ਕਹਿੰਦੇ ਤੂੰ ਤਾਂ ਬੱਚਾ ਹੀ ਹੈ ਜੀ, ਸਾਡੇ ਭਾਜੀ ਤੇ ਤੂੰ ਬੱਚਾ ਹੀ ਹੈ, ਕਿੰਨਾ ਪੜ੍ਹ ਲਿਖ ਜੇ, ਕਿੰਨੀਆਂ ਡਿਗਰੀਆਂ ਕਰ ਲਏ, ਕਹਿੰਦੇ ਨਹੀਂ ਤੂੰ ਤੇ ਹਜੇ ਨਿਆਣਾ ਹੀ ਹੈ। ਇਹ ਸਿਆਣਾ ਕਦੇ ਹੋਣ ਨਹੀਂ ਦਿੰਦੇ। ਉਹ ਵੀ ਫਿਰ ਸਾਰੀ ਜ਼ਿੰਦਗੀ ਉਹ ਇਸੇ ਗੱਲ 'ਤੇ ਖੜ੍ਹਾ ਹੁੰਦਾ ਕਿ ਵਾਕਈ ਮੈਂ ਹਜੇ ਬੱਚਾ ਹੀ ਹਾਂ। ਜਵਾਨ ਨੇ ਆਪਣਾ ਬਚਪਨਾ ਨਹੀਂ ਛੱਡਿਆ, ਬੁੱਢੇ ਨੇ ਆਪਣੀ ਜਵਾਨੀ ਨਹੀਂ ਛੱਡੀ। ਰੱਬੀ ਨਿਯਮਾਂ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਤੂੰ ਤੇ ਹਜੇ ਬਚਪਨਾ ਤੇ ਜਵਾਨੀ ਛੱਡਣ ਨੂੰ ਤਿਆਰ ਨਹੀਂ, ਤੈਨੂੰ ਤੇ ਤੇਰਾ ਆਪਣਾ ਸਰੀਰ ਵੀ ਛੱਡਣਾ ਪੈਣਾ ਇੱਕ ਦਿਨ, ਇਹ ਵੀ ਛੱਡਣਾ ਪੈਣਾ। ਇਹ ਤੈਨੂੰ ਸਾਰਾ ਕੁਛ ਛੱਡਣਾ ਪੈਣਾ। ਪਰ ਤੂੰ ਕਹਿੰਦਾ ਕਿ ਮੇਰੀ ਸੰਸਾਰ ਦੇ ਨਾਲ ਪਕੜੀ ਇੰਨੀ ਵੱਧ ਗਈ ਹੈ, ਸੰਸਾਰ ਦੇ ਵਿੱਚੋਂ ਹੁਣ ਜਾਣਾ ਨਹੀਂ ਚਾਹੁੰਦਾ। ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਤੈਨੂੰ ਇੱਕ ਨਾ ਇੱਕ ਦਿਨ ਇਹ ਤੈਨੂੰ ਛੱਡਣਾ ਪੈਣਾ ਹੈ। ਜੇ ਇਹਨੂੰ ਨਾ ਛੱਡਿਆ ਫਿਰ ਤੂੰ ਨਾਮ ਨਹੀਂ ਜਪ ਸਕਦਾ। ਨਾਮ ਜੇ ਨਾ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਜਿਹੜੇ ਨੇ ਉਹ ਤਕਰੀਬਨ ਅਸੀਂ ਸਾਰੇ ਸਰਵਣ ਕਰਦੇ ਹਾਂ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੋ ਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਇਹ ਜਦੋਂ ਅਸੀਂ ਕਿਤੇ ਸਹਿਜ ਪਾਠ ਅਖੰਡ ਪਾਠ ਕਰਦੇ ਹਾਂ, ਇਹ ਭੋਗ ਦਾ ਸਲੋਕ ਹੈ ਜਿਹੜਾ 9ਵੇਂ ਪਾਤਸ਼ਾਹ ਮਹਾਰਾਜ ਦਾ ਉਹ ਪੜ੍ਹਿਆ। ਅਸੀਂ ਭੋਗ ਦੇ ਸਲੋਕ ਕੁੱਲ 52 ਸਲੋਕ ਨੇ ਭੋਗ ਦੇ। ਇਹਨਾਂ ਦੇ ਵਿੱਚ ਇੱਕ ਆਉਂਦਾ ਸੋਰਠ 52 ਸਲੋਕਾਂ ਦੇ ਵਿੱਚ। 51ਵਾਂ ਸੋਰਠ ਹੈ। ਇਹਦੇ ਵਿੱਚੋਂ ਜਿਹੜੇ 49 ਸਲੋਕ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸੰਗਤ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਸੀ ਦਿੱਲੀ ਚਾਂਦਨੀ ਚੌਂਕ 'ਚ। ਔਰ ਜਿਹੜਾ 52ਵਾਂ ਸਲੋਕ ਹੈ ਉਹ ਮਾਤਾ ਗੁਜਰੀ ਜੀ ਪ੍ਰਥਾਏ ਉਚਾਰਨ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ।
ਤੇ 50ਵਾਂ ਅਤੇ 51ਵਾਂ ਸ਼ਲੋਕ ਹੈ ਜਿਹੜਾ, ਇਹ ਮਾਤਾ ਨਾਨਕੀ ਦੀ ਪਰਥਾਏ ਉਚਾਰਨ ਕੀਤਾ ਸੀ 9ਵੇਂ ਪਾਤਸ਼ਾਹ ਮਹਾਰਾਜ ਨੇ। ਇਹ ਸ਼ਲੋਕ ਸੀ ਜਿਹੜੇ ਮਹਾਰਾਜ ਦੇ 9ਵੇਂ ਪਾਤਸ਼ਾਹ ਮਹਾਰਾਜ ਦੇ, ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਪਹੁੰਚੇ ਸੀ, ਕਿਉਂਕਿ ਸਾਰੇ ਸਰੂਪ ਮਹਾਰਾਜ ਦਾ ਲਿਖਿਆ ਗਿਆ ਸੀ, ਪਰ ਹਜੇ ਤੱਕ ਜਿਹੜੇ ਭੋਗ ਦੇ ਸ਼ਲੋਕ ਨੇ 9ਵੇਂ ਪਾਤਸ਼ਾਹ ਮਹਾਰਾਜ ਦੇ, ਇਹ ਨਹੀਂ ਲਿਖੇ ਗਏ ਸੀ। ਇਹ ਜਿਹੜੇ ਜਿੰਨੇ ਸ਼ਲੋਕ ਨੇ ਭੋਗ ਦੇ, ਇਹ ਸਾਰੇ ਦੇ ਸਾਰੇ ਸ਼ਲੋਕ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੇ ਸੀ। ਇੱਕ ਸ਼ਲੋਕ ਹੈ 52ਵਾਂ, ਮਾਤਾ ਗੂਜਰੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਤੋਂ ਲਿਖ ਕੇ ਭੇਜਿਆ ਸੀ, ਔਰ 50ਵਾਂ ਅਤੇ 51ਵਾਂ ਸ਼ਲੋਕ ਹੈ ਜਿਹੜਾ, ਇਹ ਮਾਤਾ ਨਾਨਕੀ ਜੀ ਦੇ ਨਾਮ ਤੇ ਉਚਾਰਨ ਕੀਤਾ ਸੀ। ਬਾਕੀ ਜਿਹੜੇ ਸ਼ਲੋਕ ਨੇ ਮਹਾਰਾਜ ਦੇ, ਇਹ ਸਾਰੇ ਦੇ ਸਾਰੇ ਸੰਗਤ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਉਚਾਰਨ ਕੀਤੇ ਹੋਏ ਸੀ। ਤੇ ਸੰਗਤ ਨੂੰ ਜਿਹੜੇ ਸੰਬੋਧਨ ਕੀਤੇ ਹੋਏ ਸ਼ਲੋਕ ਹੈ, ਉਹਨਾਂ ਸ਼ਲੋਕਾਂ ਦੇ ਵਿੱਚੋਂ ਇਹ ਸ਼ਲੋਕ ਆਉਂਦਾ, ਬਚਨ ਆਉਂਦਾ ਮਹਾਰਾਜ ਦਾ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਧਨ। ਜਿਹੜੇ ਪ੍ਰਾਨੀ ਦੇ ਮਨ ਵਿੱਚ ਇੱਕੋ ਪਰਮੇਸ਼ਰ ਦਾ ਨਾਮ ਸਿਮਰਨ ਨਹੀਂ ਚੱਲਦਾ, ਇੱਕੋ ਪਰਮੇਸ਼ਰ ਦਾ ਸਿਮਰਨ ਬੰਦਗੀ ਨਹੀਂ ਕਰਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਧਨ। ਜੇ ਕੋਈ ਸਿਮਰਨ ਬੰਦਗੀ ਨਹੀਂ ਕਰਦਾ ਨਾ ਇਸ ਤਨ ਦੇ ਹੁੰਦਿਆਂ ਹੋਇਆਂ, ਮਹਾਰਾਜ ਕਹਿੰਦੇ ਧਨ ਤੇ ਉਹਦੇ ਕੋਲੇ ਮਨੁੱਖ ਵਾਲਾ ਹੈਗਾ, ਨਾਨਕ ਮਾਨੋ ਤਾਹੇ ਧਨ। ਪਰ ਤੁਹਾਨੂੰ ਉਹਨੂੰ ਮਨੁੱਖ ਕਹਿਣ ਦੀ ਲੋੜ ਨਹੀਂ। ਕੀ ਕਹੋ ਉਹਨੂੰ? ਜੈਸੇ ਸੂਕਰ ਸਵਾਨ। ਸੂਕਰ ਕਹਿੰਦੇ ਨੇ ਸੂਰ ਨੂੰ, ਤੇ ਸਵਾਨ ਕਹਿੰਦੇ ਨੇ ਕੁੱਤੇ ਨੂੰ। ਗੁਰਬਾਣੀ ਦੇ ਵਿੱਚ ਸੂਕਰ ਸਵਾਨ ਬਹੁਤੀ ਜਗ੍ਹਾ ਤੇ ਆਏ ਸ਼ਬਦ ਹੈ ਮਹਾਰਾਜ ਦੇ। ਸੂਕਰ ਸਵਾਨ ਤਨ ਤੇ ਭਾਵੇਂ ਉਹਨਾਂ ਕੋਲ ਬੰਦਿਆਂ ਵਾਲਾ ਹੈਗਾ, ਪਰ ਤੁਹਾਨੂੰ ਉਹਨਾਂ ਨੂੰ ਬੰਦੇ ਕਹਿਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਤੇ ਸਵਾਨ ਨੇ, ਸੂਕਰ ਨੇ। ਜਿਹੜੇ ਨਾਮ ਨਹੀਂ ਜਪਦੇ, ਬੜੇ ਸਖਤ ਸ਼ਬਦ ਨੇ ਮਹਾਰਾਜ ਦੇ, ਬਹੁਤੇ ਸਖਤ ਸ਼ਬਦ ਮਹਾਰਾਜ ਨੇ ਵਰਤੇ ਨੇ ਬੰਦਿਆਂ ਦੀ ਪਰਥਾਏ। ਜਿਹੜੇ ਮਨੁੱਖਾ ਸਰੀਰ ਦੇ ਹੁੰਦਿਆਂ ਹੋਇਆਂ ਨਾਮ ਨਹੀਂ ਜਪਦੇ। ਹੁਣ ਤਾਂ ਮਨੁੱਖ ਲੱਭਦਾ ਸੌਖੇ ਸੌਖੇ ਜੇ ਸ਼ਬਦ ਲੱਭ ਲੈਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਿਨ੍ਹਾਂ ਸ਼ਬਦਾਂ ਵਿੱਚ ਬੰਦੇ ਦੀ ਉਪਮਾ ਜੀ ਹੁੰਦੀ ਹੋਵੇ, ਉਹ ਸ਼ਬਦ ਲੱਭ ਲੈਂਦਾ। ਜਿਨ੍ਹਾਂ ਦੇ ਵਿੱਚ ਬੰਦੇ ਦੀ ਉਪਮਾ ਜੀ ਹੁੰਦੀ ਹੈ, ਉਹ ਤਾਂ ਲੱਭ ਲੈਂਦਾ, ਉਹਨਾਂ ਨੂੰ ਲੱਭ ਕੇ ਲਿਖ ਵੀ ਲੈਂਦਾ। ਘਰੇ ਕੋਈ ਹੋਵੇ ਪ੍ਰੋਗਰਾਮ ਰੱਖਿਆ, ਸ਼ਬਦ ਲੱਭ ਲੈਂਦੇ ਐ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਭ ਲਿਆ ਗੁਰਬਾਣੀ ਵਿੱਚੋਂ।
ਲਿਖ ਲਿਆ ਵੀ ਮਹਾਰਾਜ ਨੇ ਸਾਡੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਮਹਾਰਾਜ ਨੇ ਸਾਡੇ ਘਰੇ ਬਖਸ਼ ਦੀਆਂ। ਸੌਖਾ ਜਿਹਾ ਸ਼ਬਦ ਲੱਭ ਲਿਆ ਨਾ। ਦੂਜਾ ਸ਼ਬਦ ਪਤਾ ਨਹੀਂ ਕਿਉਂ ਨਹੀਂ ਨਾਲ ਲਿਖਦੇ। ਸ਼ਬਦ ਨੂੰ ਪੂਰਾ ਲਿਖ ਲਿਆ ਕਰੋ। ਜੇ ਕਦੇ ਲਿਖੋ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉਹਦੇ ਨਾਲ ਦੀ ਪੰਗਤੀ ਵੀ ਲਿਖ ਲਿਆ ਕਰੋ। ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਕਾ ਪੁਰਬ ਲਿਖਿਆ ਤੇ ਸਤਿਗੁਰ ਚਰਨ ਗਏ। ਸਾਰੇ ਲਿਖ ਲਿਆ ਕਰੋ। ਜਿਹੜੇ ਕੋਈ ਸੌਖੇ ਸ਼ਬਦ ਹੈ ਉਹਨਾਂ ਨੂੰ ਬੰਦਾ ਗੁਰਬਾਣੀ 'ਚੋਂ ਕੱਢ ਕੇ ਆਪਣੇ ਘਰਾਂ 'ਤੇ ਲਿਖ ਲੈਂਦਾ ਹੈ, ਹੋਰ ਜਗ੍ਹਾ 'ਤੇ ਲਿਖ ਲੈਂਦਾ ਹੈ। ਜਿਹੜੇ ਮਹਾਰਾਜ ਦੇ ਸਖਤ ਸ਼ਬਦ ਨੇ ਉਹਨਾਂ ਨੂੰ ਕੋਈ ਲਿਖਦਾ ਹੀ ਨਹੀਂ ਹੈ। ਮਜਾਲ ਹੈ ਕਿਸੇ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਹ ਸ਼ਬਦ ਆਪਣੇ ਘਰੇ ਲਿਖ ਕੇ ਰੱਖ ਲਏ ਵੀ ਮਹਾਰਾਜ ਨੇ ਸਾਨੂੰ ਕਿਹਾ ਕਿ ਜਿਹੜਾ ਵੀ ਸਾਡੇ ਘਰ ਦੇ ਵਿੱਚ ਆਵੇ, ਆਪਣੇ ਘਰ ਦੇ ਮੂਹਰੇ ਇਹ ਲਿਖਿਆ ਹੋਵੇ ਸ਼ਬਦ, ਜਿਹੜਾ ਸਾਡੇ ਘਰੇ ਆਵੇ ਉਹ ਬੰਦਾ ਪਹਿਲਾਂ ਆ ਕੇ ਅੱਧਾ ਘੰਟਾ ਨਾਮ ਜਪੇ, ਫਿਰ ਸਾਡੇ ਨਾਲ ਗੱਲ ਕਰੇ। ਜੇ ਉਹ ਸਾਡੇ ਘਰੇ ਆ ਕੇ ਨਾਮ ਨਹੀਂ ਜਪਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਤੁਹਾਡੇ ਘਰੇ ਕੁੱਤਾ ਆਇਆ ਤੇ ਤੁਹਾਡੇ ਘਰੇ ਸੂਰ ਆਇਆ। ਲਿਖਿਆ ਕਿਸੇ ਨੇ? ਕੋਈ ਲਿਖ ਕੇ ਦਿਖਾਵੇ ਨਾ ਦੁਨੀਆਦਾਰੀ ਦੇ ਵਿੱਚ। ਆਹ ਸ਼ਬਦ ਲਿਖ ਕੇ ਸਾਹਮਣੇ ਕਰਦੇ ਕਿਸੇ ਆਏ ਦੇ, ਆ ਭਾਈ ਗੁਰੂ ਤੇਗ, ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਅਸੀਂ ਤੈਨੂੰ ਦਿਖਾਉਂਦੇ ਹਾਂ ਵੀ ਜੇ ਤਾਂ ਸਾਡੇ ਘਰੇ ਨਾਮ ਜਪੇਗਾ ਫਿਰ ਤੇ ਮਨੁੱਖ ਮੰਨ ਕੇ ਤੇਰਾ ਸਤਿਕਾਰ ਕਰਾਂਗੇ, ਜੇ ਨਾਮ ਨਹੀਂ ਜਪੇਗਾ ਤਾਂ ਅਸੀਂ ਤੈਨੂੰ ਕੁੱਤਾ ਹੀ ਸਮਝਾਂਗੇ, ਸੂਰ ਹੀ ਸਮਝਾਂਗੇ। ਸਖਤ ਸ਼ਬਦ ਹੈ ਮਹਾਰਾਜ ਦੇ, ਕੋਈ ਲਿਖ ਕੇ ਦਿਖਾਵੇ ਆਪਣੇ ਘਰੇ। ਪਰ ਸੌਖੇ ਸੌਖੇ ਜਿਹੜੇ ਸ਼ਬਦ ਹੈ ਜਿਹਦੇ ਵਿੱਚ ਮਨੁੱਖ ਦੀ ਥੋੜ੍ਹੀ ਉਪਮਾ ਹੈ, ਉਹਨਾਂ ਨੂੰ ਮਨੁੱਖ ਹੈ ਜਿਹੜਾ ਪ੍ਰਵਾਨ ਕਰ ਲੈਂਦਾ। ਜਿਹੜੇ ਮਹਾਰਾਜ ਦੇ ਸਖਤ ਸ਼ਬਦ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਏਕ ਭਗਤ ਭਗਵਾਨ, ਜਿਹੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੋ ਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਸਖਤ ਸ਼ਬਦ ਮਹਾਰਾਜ ਨੇ ਵਰਤੇ ਨੇ ਇਸ ਮਨੁੱਖ ਦੀ ਪਰਥਾਏ ਤਾਂ ਕਿ ਇਹ ਨਾਮ ਜਪਣ ਵਾਸਤੇ ਤਿਆਰ ਹੋਵੇ। ਪਰ ਫਿਰ ਵੀ ਇਹਨੇ ਬੜੇ ਵਾਰੀ ਭੋਗਾਂ ਦੇ ਸ਼ਲੋਕ ਸੁਣਨੇ ਨੇ। ਦੁਨੀਆ ਤਾਂ ਹੁਣ ਜਾਂਦੀ ਭੋਗਾਂ 'ਤੇ ਇਸ ਵਾਸਤੇ ਹੈ ਕਿ ਉਹ ਸਾਡੇ ਭੋਗ 'ਤੇ ਆਏ ਸੀ, ਅਸੀਂ ਉਹਨਾਂ ਦੇ ਭੋਗ 'ਤੇ ਚਲੇ ਜਾਈਏ। ਭੋਗ 'ਤੇ ਪੈਣਾ ਸ਼ੁਰੂ ਹੋ ਗਿਆ। ਇਹ ਤਾਂ ਇੱਕ ਦੁਨੀਆਦਾਰੀ ਨੇ ਡਿਜ਼ਾਈਨ ਰੂਪ ਦੇ ਵਿੱਚ ਗੁਰਬਾਣੀ ਨੂੰ ਲੈ ਲਿਆ, ਅਮਲੀ ਰੂਪ ਦੇ ਵਿੱਚ ਹਜੇ ਤੱਕ ਦੁਨੀਆਦਾਰੀ ਨੇ ਨਹੀਂ ਲਿੱਤਾ। ਵਰਨਾ ਜੇ ਅਮਲੀ ਰੂਪ ਦੇ ਵਿੱਚ ਲੈਤਾ ਹੁੰਦਾ ਨਾ ਕਿ ਅਸੀਂ ਸੁਣ ਕੇ ਅਮਲ ਕਰਨਾ ਹੈ, ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਰੇ ਸ਼ਬਦ ਬੜੇ ਮਨੁੱਖ ਨੂੰ ਸੰਤੁਸ਼ਟੀ ਬਖਸ਼ਦੇ ਨੇ। ਪਰ ਗੁਰੂ ਦਾ ਬਚਨ ਹਜੇ ਤੱਕ ਸੁਣਿਆ ਨਹੀਂ ਹੈ। ਤੇ ਜਿੰਨਾ ਸਮਾਂ ਗੁਰੂ ਦੇ ਬਚਨ ਨੂੰ ਮੰਨਿਆ ਨਾ ਜਾਵੇ, ਓਨਾ ਟਾਈਮ ਬਾਤ ਨਹੀਂ ਬਣਨੀ, ਓਨਾ ਟਾਈਮ ਬਾਤ ਨਹੀਂ ਮੰਨੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇਸ ਮਾਲਵੇ ਦੇ ਏਰੀਏ ਦੇ ਵਿੱਚ ਆਏ ਨੇ ਨਾ, ਜਿੱਥੇ ਅੱਜ ਗੰਗਸਰ ਗੁਰਦੁਆਰਾ ਸਾਹਿਬ ਹੈ, ਜੈਤੋ ਮੰਡੀ ਅਸੀਂ ਬੋਲਦੇ ਹਾਂ ਨਾ, ਜੈਤੋ ਮੰਡੀ ਗੰਗਸਰ, ਇੱਥੇ ਇੱਕ ਮਹਾਜਨ ਗੁਰਮੁਖ ਸੀਗਾ ਤੇ ਉਹ ਤੋਂ ਗਊ ਮਰ ਗਈ ਸੀ। ਗਊ ਮਰ ਗਈ। ਹੁਣ ਗਊ ਕਿਸੇ ਤੋਂ ਮਰ ਜਾਣੀ ਇਹ ਬੜਾ ਵੱਡਾ ਪਾਪ ਸਮਝਿਆ ਜਾਂਦਾ ਹੈ। ਪਾਪ ਸਮਝਿਆ ਜਾਂਦਾ ਹੈ ਗਊ ਮਰ ਜਾਣੀ। ਵੈਸੇ ਕੱਲੀ ਗਊ ਦਾ ਪਾਪ ਨਹੀਂ ਹੈ, ਜਾਨਵਰ ਨੂੰ ਜਾਣ ਬੁੱਝ ਕੇ ਕਿਸੇ ਨੂੰ ਵੀ ਮਾਰਨਾ ਪਾਪ ਕਰਮ ਹੀ ਹੈ, ਕੋਈ ਚੰਗਾ ਕਰਮ ਨਹੀਂ ਹੈ। ਨਖਿੱਧ ਕਰਮਾਂ ਦੇ ਵਿੱਚ ਆਉਂਦੇ ਨੇ ਇਹ ਬੰਦੇ ਜਿਹੜੇ ਮਾਰਦੇ ਨੇ ਕਿਸੇ ਨੂੰ, ਇਹਨੂੰ ਨਖਿੱਧ ਕਰਮ ਬੋਲਦੇ ਨੇ। ਇਹ ਨਖਿੱਧ ਕਰਮਾਂ ਦੇ ਵਿੱਚ ਇਸ ਕਰਕੇ ਆ ਜਾਂਦਾ ਹੈ ਕਿ ਭਗਵਾਨ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ
ਸਾਰਿਆਂ ਨੂੰ ਇੱਕੋ ਜਿਹਾ ਜੀਣ ਦਾ ਅਧਿਕਾਰ ਦਿੱਤਾ ਹੋਇਆ ਹੈ, ਅਧਿਕਾਰ ਦਿੱਤਾ ਹੋਇਆ ਮਹਾਰਾਜ ਨੇ। ਤੇ ਜਾਣ ਬੁੱਝ ਕੇ ਕਿਸੇ ਨੂੰ ਮਾਰਨਾ ਇਹ ਪਾਪ ਕਰਮ ਦੇ ਵਿੱਚ ਹੀ ਆ ਜਾਂਦਾ ਹੈ, ਅਪਰਾਧ ਦੇ ਵਿੱਚ ਹੀ ਆ ਜਾਂਦਾ ਹੈ, ਇਹ ਕੋਈ ਚੰਗਾ ਕਰਮ ਦੇ ਵਿੱਚ ਨਹੀਂ ਆਉਂਦਾ। ਉਹ ਮਹਾਜਨ ਕਹਿਣ ਲੱਗਿਆ ਚਲੋ ਹੁਣ ਮੈਥੋਂ ਗਊ ਮਰ ਗਈ ਤੇ ਮੈਂ ਗੰਗਾ ਤੇ ਇਸ਼ਨਾਨ ਕਰਕੇ ਆਉਣਾ, ਮੇਰਾ ਕੀਤਾ ਹੋਇਆ ਪਾਪ ਕਰਮ ਜਿਹੜਾ ਹੈ ਉਹ ਮੇਰਾ ਲਹਿ ਜਾਵੇਗਾ। ਪੁਰਾਣੇ ਸਮਿਆਂ ਦਾ ਜ਼ਮਾਨਾ, ਤੀਰਥਾਂ ਤੇ ਦੁਨੀਆ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ ਆਪਣੇ ਪਾਪ ਕੀਤੇ ਹੋਏ ਕਰਮ ਪਾਪ ਲਾਉਣ ਵਾਸਤੇ। ਸਮਾਂ ਵੈਸੇ ਪਲਟਿਆ ਹੋਇਆ ਹੈ, ਹੁਣ ਤਾਂ ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾਅ ਚੜ੍ਹੀਏ ਸਹੋਰ, ਹੋਰ 4-5 ਭਾਰ ਉੱਥੋਂ ਚੜ੍ਹਾ ਕੇ ਲੈ ਕੇ ਆਉਂਦੇ ਨੇ, ਉਤਾਰ ਕੇ ਕੋਈ ਨਹੀਂ ਆਉਂਦਾ, ਕੋਈ ਨਹੀਂ ਉਤਾਰਦਾ। ਦੁਨੀਆ ਜਾਂਦੀ ਸਾਰੀ ਤੀਰਥਾਂ 'ਤੇ ਹੈ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਮਹਾਰਾਜ ਦੇ ਸਥਾਨਾਂ 'ਤੇ ਜਾਣਾ, ਕਿਸੇ ਵੀ ਤੀਰਥ 'ਤੇ ਜਾਣਾ ਬਹੁਤ ਚੰਗੀ ਗੱਲ ਹੈ ਯਾਤਰਾ 'ਤੇ। ਪਰ ਜਿਸ ਹਿਸਾਬ ਦੇ ਨਾਲ ਤੀਰਥ ਯਾਤਰਾ ਦੀ ਗੁਰਬਾਣੀ ਸੁਚੇਤ ਕਰਦੀ ਹੈ ਮਨੁੱਖ ਨੂੰ, ਉਸ ਹਿਸਾਬ ਦੇ ਨਾਲ ਨਹੀਂ ਕਰਦਾ। ਤੀਰਥਾਂ 'ਤੇ ਜਾਂਦੇ ਸਭ ਕੁਝ ਉੱਥੇ ਪੱਥਰ ਹੀ ਪੱਥਰ ਦੇਖ ਕੇ, ਕੋਈ ਕਿਸੇ ਪ੍ਰਕਾਰ ਦੇ ਦੇਖ ਕੇ, ਕੋਈ ਆਪਣੀਆਂ ਤਸਵੀਰਾਂ ਖਿੱਚ ਕੇ, ਕੋਈ ਫਿਰ ਲੱਗ ਜਾਂਦੇ ਨੇ ਗੱਲਾਂ ਬਾਤਾਂ ਕਰਨ ਪਿਛੋਕੜ ਦੀਆਂ, ਨਗਰ ਖੇੜੇ ਸ਼ਹਿਰ ਕਸਬੇ ਦੀਆਂ ਵੱਡੀਆਂ ਵੱਡੀਆਂ ਲੰਬੀਆਂ, ਕਿਉਂਕਿ ਸਮਾਂ ਵੱਧ ਹੁੰਦਾ ਉਦੋਂ ਗੱਲਾਂ ਕਰਨ ਵਾਸਤੇ। ਮਹਾਰਾਜ ਕਹਿੰਦੇ ਤੀਰਥ ਨਹਾਵਨ ਜਾਓ ਤੀਰਥ ਨਾਮ ਹੈ। ਤੁਸੀਂ ਜਾਓ ਤੀਰਥਾਂ 'ਤੇ, ਕੋਈ ਗੱਲ ਨਹੀਂ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਮਹਾਰਾਜ ਦੀਆਂ ਨਿਸ਼ਾਨੀਆਂ, ਹੋਰ ਯਾਤਰਾ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਮਹਾਰਾਜ ਗਏ, ਕੀ ਕੀ ਮਹਾਰਾਜ ਦੀਆਂ ਨਿਸ਼ਾਨੀਆਂ ਪਈਆਂ ਨੇ। ਪਰ ਤੀਰਥ ਸ਼ਬਦ ਗਿਆਨ, ਮਹਾਰਾਜ ਕਹਿੰਦੇ ਤੀਰਥ ਤੇਰੇ ਕੋਲ, ਤੇਰੇ ਅੰਦਰ ਹੀ ਹੈਗਾ, ਤੇਰੇ ਅੰਦਰ ਦੇ ਤੀਰਥ ਤੋਂ ਵੱਡਾ ਕੋਈ ਦੁਨੀਆ 'ਤੇ ਤੀਰਥ ਨਹੀਂ ਬਣਾਇਆ ਹੋਇਆ। ਅੰਦਰ ਹੀ ਹੈਗਾ ਤੇਰੇ ਸਭ ਕੁਛ। ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੁੰਡੇ, ਵਸੀ ਰੱਬ ਹਿਆਲੀਆ ਜੰਗਲ ਕਿਆ ਟੁੰਡੇ। ਅੰਦਰ ਬਹੁਤ ਕੁਛ ਹੈ ਤੇਰੇ। ਪੁਰਾਣੇ ਜ਼ਮਾਨਿਆਂ ਦੇ ਵਿੱਚ ਦੁਨੀਆ ਤੀਰਥਾਂ ਦੇ ਪਾਪ ਲਾਉਣ ਜਾਂਦੀ। ਇਹ ਮਹਾਜਨ ਵੀ ਘਰੋਂ ਚੱਲਿਆ ਤੇ ਘਰ ਦੇ ਕਰਦੇ ਨੇ ਵਿਰਲਾਪ। ਪੱਗ ਡੰਡੀਆਂ ਦਾ ਸਮਾਂ, ਪੱਗ ਡੰਡੀਆਂ ਦੇ ਵਿੱਚ ਦੀ ਜਾਣਾ ਉਹਨਾਂ ਸਮਿਆਂ ਦੇ ਵਿੱਚ ਖਤਰੇ ਤੋਂ ਖਾਲੀ ਨਹੀਂ ਸੀ। ਤੇ ਇਹ ਮਹਾਜਨ ਕਹਿੰਦਾ ਮੈਂ ਗੰਗਾ ਦੇ ਤੱਟ 'ਤੇ ਜਾਣਾ ਜ਼ਰੂਰ ਹੈ, ਕਿਉਂਕਿ ਬਿਨਾਂ ਗੰਗਾ 'ਤੇ ਨਹਾਤਿਆਂ ਮੇਰਾ ਇਹ ਕੀਤਾ ਹੋਇਆ ਪਾਪ ਕਰਮ ਉਤਰਨਾ ਨਹੀਂ ਹੈ। ਰਸਤੇ ਦੇ ਵਿੱਚ ਜਦੋਂ ਇਹ ਜਾਣ ਲੱਗਿਆ ਤੇ ਘਰ ਦੇ ਵਿਰਲਾਪ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹਨੂੰ ਪਤਾ ਲੱਗਿਆ ਤੇ ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਮੈਂ ਗੰਗਾ 'ਤੇ ਜਾਣਾ ਇਸ਼ਨਾਨ ਕਰਨ, ਮੈਥੋਂ ਜ਼ਿੰਦਗੀ ਦੇ ਵਿੱਚ ਇੱਕ ਗਊ ਮਰ ਗਈ। ਉਹਨਾਂ ਸਮਿਆਂ ਦੇ ਵਿੱਚ ਅੱਜ ਸਮੇਂ ਦੇ ਵਿੱਚ ਅੰਤਰ ਹੈ। ਜੇ ਕੋਈ ਅੱਜ ਕਿਸੇ ਬੰਦੇ ਤੋਂ ਪਾਪ ਕਰਮ ਹੋ ਜੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆ ਕੇ ਕਹਿੰਦਾ ਨਹੀਂ ਵੀ ਮੈਂ ਪੁੱਠਾ ਕਰਮ ਮੈਥੋਂ ਹੋ ਗਿਆ ਮੇਰਾ ਬਖਸ਼ ਦੀ, ਨਹੀਂ ਨਹੀਂ ਨਹੀਂ, ਇਹ ਕਰਮ ਨਹੀਂ ਕਹਿਣਾ ਨਾ। ਕਹਿੰਦੇ ਸੀ ਤਾਂ ਮਹਾਰਾਜ ਚੰਗੇ ਬਹੁਤ ਆ, ਅੱਜ ਕਰਮ ਨਹੀਂ ਕੋਈ ਸੱਚ। ਉਹਨੇ ਸੱਚ ਬੋਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ। ਮਹਾਰਾਜ ਕਹਿੰਦੇ ਮੈਥੋਂ ਗਊ ਮਰ ਗਈ ਤੇ ਮੈਂ ਜਾਣਾ ਗੰਗਾ 'ਤੇ ਇਸ਼ਨਾਨ ਕਰਨ, ਤੇ ਸਾਡੇ ਘਰ ਦੇ ਕਰਦੇ ਨੇ ਵਿਰਲਾਪ ਕਿ ਤੂੰ ਗੰਗਾ 'ਤੇ ਨਾ ਜਾ, ਗੰਗਾ 'ਤੇ ਜਾਣਾ ਖਤਰੇ ਤੋਂ ਖਾਲੀ ਨਹੀਂ। ਮੇਰੇ ਬੱਚੇ ਸਾਰੇ ਵਿਰਲਾਪ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਫਿਰ ਨਾ ਜਾ ਤੂੰ। ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਜੇ ਮੈਂ ਗੰਗਾ 'ਤੇ ਇਸ਼ਨਾਨ ਨਾ ਕੀਤਾ ਤੇ ਫਿਰ ਮਹਾਰਾਜ ਮੇਰਾ ਇਹ ਗਊ ਜਿਹੜੀ ਮੈਥੋਂ ਹੱਤਿਆ ਹੋ ਗਈ ਹੈ, ਗਊ ਮਰ ਗਈ ਹੈ, ਇਹ ਕਰਮ ਜਿਹੜਾ ਹੈ ਮੈਥੋਂ, ਇਹ ਕਰਮ ਫਿਰ ਮੇਰਾ ਧੋਤਾ ਨਹੀਂ ਜਾਣਾ, ਮੈਥੋਂ ਗਊ ਮਰ ਗਈ ਹੈ।
ਪੁਰਾਣੇ ਜ਼ਮਾਨਿਆਂ ਦੇ ਵਿੱਚ ਸਾਰੇ ਜਾਨਵਰਾਂ ਨੂੰ ਕੋਈ ਵੀ ਮਰ ਜਾਣਾ ਉਹਨੂੰ ਪਾਪ ਕਰਮ ਸਮਝਦੇ ਹੁੰਦੇ ਸੀ ਲੋਕ ਵੀ, ਸਾਥੋਂ ਪਾਪ ਕਰਮ ਹੋ ਗਿਆ। ਕੋਈ ਵੀ ਜਾਨਵਰ ਹੁੰਦਾ, ਪਸ਼ੂ ਹੁੰਦਾ ਚਾਹੇ ਪੰਛੀ ਹੁੰਦਾ, ਕੋਈ ਮਾਰਦਾ ਨਹੀਂ ਸੀ। ਬਥੇਰੇ ਇਹ ਸਮਾਜ ਦੇ ਵਿੱਚ ਇਹੋ ਜਿਹੇ ਪੁਰਖ ਵੀ ਜੰਮੇ ਹੋਏ ਨੇ ਜਿਹੜੇ ਜਾਨਵਰਾਂ ਨੂੰ ਮਾਰ ਮਾਰ ਕੇ ਖਾ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦਾ ਭਰਮਣ ਕਰਦੇ ਕਾਜੀ ਦੇ ਕੋਲ ਦੀ ਨਿਕਲਣ ਲੱਗੇ। ਕੋਲ ਮਹਾਰਾਜ ਕਹਿਣ ਲੱਗੇ, ਕਾਜੀ ਜੀ ਕੀ ਗੱਲ ਹੋ ਗਈ? ਕਹਿੰਦੇ ਤੁਸੀਂ ਬੜਾ ਰੌਲਾ ਪਾਈ ਜਾਂਦੇ ਹੋ, ਮੇਰੇ ਵਸਤਰ ਸਾਫ਼ ਦੇ ਦਿਓ, ਵਸਤਰ ਸਾਫ਼ ਦੇ ਦਿਓ। ਗੁਰੂ ਨਾਨਕ ਮਹਾਰਾਜ ਨੂੰ ਕਹਿਣ ਲੱਗਿਆ, ਜੀ ਮੈਂ ਕਹਿੰਦੇ ਮੁਰਗੀ ਵੱਢੀ ਸੀ ਤੇ ਜਦੋਂ ਉਹਨੂੰ ਵੱਢਦਾ ਸੀ ਉਹਦੇ ਛਿੱਟੇ ਪੈ ਗਏ ਮੇਰੇ ਕੱਪੜਿਆਂ ਤੇ ਮੇਰੇ ਕੱਪੜੇ ਸੀ ਜਿਹੜੇ ਉਹ ਹੋ ਗਏ ਪਲੀਤ, ਹੁਣ ਮੈਨੂੰ ਬਦਲਣੇ ਪੈਣੇ ਨੇ। ਫਿਰ ਗੁਰੂ ਨਾਨਕ ਮਹਾਰਾਜ, ਆਪਾਂ ਨੂੰ ਪਤਾ ਹੀ ਹੈ ਕਿੰਨੀ ਮਿੱਠਤ ਦੇ ਨਾਲ ਬੋਲਦੇ ਨੇ ਮਹਾਰਾਜ, ਐ ਕਾਜੀ ਜੋ ਸਭ ਮੈਂ ਏਕ ਖੁਦਾਏ ਕਹਿਤ ਹੈ ਤਉ ਕਿਉਂ ਮੁਰਗੀ ਮਾਰੈ। ਜਦੋਂ ਤੂੰ ਇਸ ਗੱਲ ਦਾ ਸੁਨੇਹਾ ਦਿੰਦਾ ਵੀ ਸਾਰਿਆਂ ਦੇ ਵਿੱਚ ਖੁਦਾ ਵਸਦਾ ਤੇ ਮੁਰਗੀ ਦੇ ਵਿੱਚ ਵੀ ਤਾਂ ਵਸਦਾ ਸੀ, ਕਿਉਂ ਮਾਰ ਕੇ ਖਾਧੀ ਤੂੰ? ਦੂਜੀ ਗੱਲ ਮਹਾਰਾਜ ਕਹਿੰਦੇ, ਜਿਹੜੇ ਮੁਰਗੀ ਮਾਰਨ ਦੇ ਨਾਲ ਉਹਦੇ ਲਹੂ ਦੇ ਛਿੱਟਿਆਂ ਦੇ ਨਾਲ ਤੇਰੇ ਕੱਪੜੇ ਪਲੀਤ ਹੋ ਗਏ, ਜਦੋਂ ਉਹਨੂੰ ਰਿੰਨ ਕੇ ਖਾਵੇਂਗਾ ਤੇ ਤੇਰਾ ਮਨ ਜਿਹੜਾ ਹੈ ਇਹ ਪੂਰਾ ਸਾਫ਼ ਕਿਵੇਂ ਰਹਿ ਜਾਵੇਗਾ? ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੈ ਨਾਨਕਾ, ਜੋ ਰਤ ਪੀਵੈ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਮਹਾਰਾਜ ਕਹਿੰਦੇ, ਜੇ ਰਤ ਲੱਗੈ ਕੱਪੜਾ, ਜੇ ਰਤ ਲੱਗਣ ਦੇ ਨਾਲ ਤੇਰੇ ਕੱਪੜੇ ਮੈਲੇ ਹੋ ਗਏ, ਤਿਨ ਕਿਉਂ ਨਿਰਮਲ ਚੀਤ। ਜਾਮਾ ਹੋਏ ਪਲੀਤ, ਜਾਮਾ ਪਲੀਤ ਹੋ ਗਿਆ ਤੇਰਾ, ਹੁਣ ਤੈਨੂੰ ਬਦਲਣਾ ਪੈਣਾ। ਜੋ ਰਤ ਪੀਵੈ ਮਾਨਸ, ਤਿਨ ਕਿਉਂ ਨਿਰਮਲ ਚੀਤ। ਇਹ ਜਿਹੜੀ ਰਤ ਦੇ ਸਮੇਤ ਕਹਿੰਦੇ ਤੁਸੀਂ ਇਹਨੂੰ ਰਿੰਨ ਕੇ ਖਾ ਜਾਂਦੇ ਹੋ। ਗੁਰੂ ਨਾਨਕ ਮਹਾਰਾਜ ਕਹਿੰਦੇ, ਜੋ ਰਤ ਪੀਵੈ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਤੇਰਾ ਜਿਹੜਾ ਚਿੱਤ ਹੈ ਇਹ ਨਿਰਮਲ ਕਿਵੇਂ ਰਹੂਗਾ? ਜਦੋਂ ਤੂੰ ਇਸ ਨੂੰ ਮਾਰ ਕੇ ਖਾਧਾ, ਇਹਦੇ ਖੂਨ ਦੇ ਨਾਲ ਤੇਰੇ ਕੱਪੜੇ ਮੈਲੇ ਹੋ ਗਏ, ਇਹਨੂੰ ਖਾਣ ਦੇ ਨਾਲ ਤੇਰਾ ਮਨ ਵੀ ਮੈਲਾ ਹੋਊਗਾ। ਗੁਰੂ ਨਾਨਕ ਮਹਾਰਾਜ ਕਹਿੰਦੇ, ਕਿਉਂ ਖਾਣਾ ਫਿਰ? ਜੋ ਰਤ ਪੀਵੈ, ਇਹ ਕਿਉਂ ਖੂਨ ਪੀਣਾ? ਜੋ ਰਤ ਪੀਵੈ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਐ ਮਨੁੱਖ ਕਿਉਂ ਮਾਸ ਖਾਣਾ? ਕਿਉਂ ਤੂੰ ਇਹਨਾਂ ਜਾਨਵਰਾਂ ਦੇ ਖੂਨ ਨੂੰ ਪੀਣਾ? ਖੂਨ ਪੀਣੀ ਹੈ। ਹੁਣ ਕਿਤੇ ਨਾ ਹੋਵੇ ਅਸੀਂ ਕਿਤੇ ਦੂਜਿਆਂ ਦੇ ਮਗਰ ਨਾ ਪੈ ਜਾਈਏ ਜਾ ਕੇ। ਕਹਿੰਦੇ ਹੁੰਦੇ ਨਾ ਅਸੀਂ, ਕਿਉਂਕਿ ਆਪ ਤਾਂ ਅਸੀਂ ਬਚਪਨ ਤੇ ਜਵਾਨੀ ਦੇ ਵਿੱਚ ਸਾਰਾ ਕੁਝ ਖਾ ਲਿਆ ਹੁੰਦਾ, ਪੀ ਲਿਆ ਹੁੰਦਾ, ਬਾਅਦ ਦੇ ਵਿੱਚ ਅਸੀਂ ਦੂਜਿਆਂ ਨੂੰ ਸਿੱਖੇ ਦਿੰਦੇ ਵੀ ਤੁਸੀਂ ਨਾ ਖਾਓ। ਕਿਤੇ ਹੁਣ ਉਹਨਾਂ ਦੇ ਵੀ ਅਸੀਂ ਮਗਰ ਨਾ ਪੈ ਜਾਈਏ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਇਹ ਵੀ ਨਾਲ ਹੈ ਮਹਾਰਾਜ ਦਾ ਬਚਨ, ਇਹ ਵੀ ਬਚਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਹੀ ਹੈ। ਜੇ ਪਰਾਇਆ ਹੱਕ ਆਪਣੇ ਘਰ ਦੇ ਵਿੱਚ ਲੈ ਕੇ ਆਇਆ, ਕੀ ਹੋ ਗਿਆ ਤੂੰ ਗਊ ਨਹੀਂ ਖਾਂਦਾ, ਕੀ ਹੋ ਗਿਆ ਤੂੰ ਸੂਰ ਨਹੀਂ ਖਾਂਦਾ। ਜੇ ਪਰਾਇਆ ਹੱਕ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਤੇ ਮਹਾਰਾਜ ਕਹਿੰਦੇ ਤੂੰ ਗਊ ਵੀ ਖਾ ਰਿਹਾ ਤੇ ਤੂੰ ਸੂਰ ਦਾ ਮੀਟ ਵੀ ਖਾ ਰਿਹਾ। ਗੁਰੂ ਨਾਨਕ ਦੇ ਵਚਨ ਨੇ, ਇਹ ਕਿਹੜਾ ਕਿਸੇ ਇਤਿਹਾਸਕਾਰ ਦੇ ਲਿਖੇ ਹੋਏ ਨੇ ਵੀ ਕੋਈ ਵੱਧ ਘੱਟ ਲਿਖ ਦੂਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਸਾਡੇ ਕੋਲ ਨੇ, ਕੋਈ ਗਿਲਾ ਸ਼ਿਕਵਾ ਹੋਇਆ ਤੇ ਅਗਲਾ ਕੱਢ ਸਕਦਾ। ਜੇ ਪਰਾਇਆ ਹੱਕ ਜੋ ਤੇਰਾ ਨਹੀਂ ਹੈ, ਉਸ ਬਾਰੇ ਜੇ ਸੋਚੀ ਜਾਂਦਾ ਕਿ ਮੇਰੇ ਘਰ ਦੇ ਵਿੱਚ ਆ ਜੇ, ਇਹਨੂੰ ਪਰਾਇਆ ਹੱਕ ਬੋਲਦੇ ਨੇ ਮਹਾਰਾਜ। ਸੋਚੀ ਜਾਂਦਾ ਲਗਾਤਾਰ ਮੇਰੇ ਘਰ ਵਿੱਚ ਆ ਜੇ,
ਆ ਵੀ ਮੇਰੇ ਘਰੇ ਆ ਜੇ, ਪੜੋਸੀ ਦਾ ਆ ਵੀ ਮੇਰੇ ਘਰੇ ਆ ਜੇ, ਇਹਨੂੰ ਪਰਾਇਆ ਹੱਕ ਮਹਾਰਾਜ ਕਹਿੰਦੇ ਨੇ। ਜੇ ਲਗਾਤਾਰ ਸੋਚਦਾ ਪਿਆ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਭੁਲੇਖੇ 'ਚ ਨਾ ਰਹੀ, ਪਰਾਇਆ ਹੱਕ ਖਾਣਾ ਗਊ ਅਤੇ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਕਿਸੇ ਭੁਲੇਖੇ ਦੇ ਵਿੱਚ ਨਹੀਂ ਬੰਦੇ ਨੂੰ ਰੱਖਿਆ ਮਹਾਰਾਜ ਨੇ। ਖੈਰ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਗੁਰੂ ਸਾਹਿਬ ਜੀ ਮਹਾਰਾਜ ਦੇ ਕਹਿਣ ਲੱਗਿਆ, ਮਹਾਰਾਜ ਮੈਥੋਂ ਗਊ ਹੱਤਿਆ ਹੋ ਗਈ ਹੈ ਤੇ ਮੈਂ ਜਾਣਾ ਜ਼ਰੂਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਜਨ ਜੀ ਕਹਿੰਦੇ ਤੁਸੀਂ ਘਰ-ਬਾਰ ਛੱਡ ਕੇ ਕਿਉਂ ਜਾਂਦੇ ਹੋ? ਕਹਿੰਦੇ ਤੁਸੀਂ ਕੋਲ ਮਹਾਰਾਜ ਦੇ ਇੱਕ ਚਵੱਚਾ ਸੀ, ਚਵੱਚਾ ਪਾਣੀ ਦਾ। ਥੋੜ੍ਹਾ ਜਿਹਾ ਪਾਣੀ ਜਿਸ ਜਗ੍ਹਾ 'ਤੇ ਇਕੱਠਾ ਹੋਵੇ ਉਹਨੂੰ ਚਵੱਚਾ ਕਹਿੰਦੇ ਨੇ। ਪਾਣੀ ਦਾ ਚਵੱਚਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੂੰ ਆਹ ਪਾਣੀ ਦੇ ਚਵੱਚੇ ਦੇ ਵਿੱਚ ਨਹਾ ਲਾ ਤੇ ਤੈਨੂੰ ਗੰਗਾ ਦਾ ਇਸ਼ਨਾਨ ਹੀ ਤੇਰਾ ਹੋ ਜਾਊਗਾ। ਛਪੜੀ ਦੇ ਵਿੱਚ ਨਹਾ ਲਾ, ਢਾਬ ਦੇ ਵਿੱਚ ਨਹਾ ਲਾ, ਅਨੇਕਾਂ ਜਿਹੜੇ ਨਾਮ ਸੀ ਰੱਖੇ। ਕਹਿੰਦੇ ਇਹਦੇ ਵਿੱਚ ਇਸ਼ਨਾਨ ਕਰ ਲਾ, ਤੇਰਾ ਗੰਗਾ ਦੇ ਵਿੱਚ ਹੀ ਇਸ਼ਨਾਨ ਹੋ ਜਾਊਗਾ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਮੰਨ ਕੇ ਉਹਦੇ 'ਚ ਇਸ਼ਨਾਨ ਤਾਂ ਕਰ ਲਿਆ, ਪਰ ਫਿਰ ਵੀ ਉਹਦੇ ਮਨ ਵਿੱਚ ਇੱਕ ਸ਼ੰਕਾ ਰਹਿ ਗਿਆ ਕਿ ਜਿਹੜਾ ਜਦੋਂ ਮੈਂ ਪਹਿਲਾਂ ਗੰਗਾ 'ਤੇ ਗਿਆ ਸੀ ਨਾ, ਮੇਰਾ ਇੱਕ ਗੜਵਾ ਸੀ ਜਿਹੜਾ ਉਹ ਕਹਿੰਦੇ ਗੰਗਾ ਦੇ ਵਿੱਚ ਗੁੰਮ ਹੋ ਗਿਆ ਸੀ, ਗੰਗਾ ਦੇ ਵਿੱਚ ਗੁੰਮ ਹੋ ਗਿਆ ਸੀ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਦੇ ਮਨ ਦੀ ਇਹ ਗੱਲ ਬੁੱਝੀ ਤੇ ਉਹਨੂੰ ਕਹਿਣ ਲੱਗੇ, ਮਹਾਜਨ ਜੀ ਕਹਿੰਦੇ ਇਸੇ ਗੰਗਾ ਦੇ ਵਿੱਚ ਫੇਰ ਵੜ ਕੇ ਦੁਬਾਰੇ ਫੇਰ ਵੜ ਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰਾ ਜਿਹੜਾ ਗੰਗਾ ਦੇ ਵਿੱਚ ਗੜਵਾ ਅਲੋਪ ਹੋਇਆ ਸੀ ਉਹ ਵੀ ਹੁਣ ਆਪਣਾ ਕੱਢ ਹੀ ਲੈ, ਇਸ ਦੇ ਵਿੱਚੋਂ ਉਹ ਵੀ ਕੱਢ ਲੈ। ਜਦੋਂ ਉਹ ਦੁਬਾਰੇ ਵੜਿਆ ਤੇ ਉਸਨੇ ਫਿਰ ਉਹ ਸੀ ਜਿਹੜਾ ਲੰਮਾ ਸਮਾਂ ਪਹਿਲਾਂ ਜਿਹੜਾ ਗੜਵਾ ਉਹਦਾ ਸੀ ਗੰਗਾ ਦੇ ਵਿੱਚ ਅਲੋਪ ਹੋਇਆ ਸੀ, ਉਹ ਗੜਵਾ ਉਸੇ ਛੱਪੜੀ ਦੇ ਵਿੱਚੋਂ, ਢਾਬ ਦੇ ਵਿੱਚੋਂ, ਚਵੱਚੇ ਦੇ ਵਿੱਚੋਂ ਆਪਣਾ ਗੜਵਾ ਸੀ ਜਿਹੜਾ ਉਹ ਕੱਢਿਆ ਤੇ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਕਹਿੰਦੇ ਮਹਾਰਾਜ ਤੁਹਾਡਾ ਬਚਨ ਮੰਨਿਆ, ਤੁਹਾਡੇ ਬਚਨ ਦੇ ਸਦਕਾ ਕਹਿੰਦੇ ਮੇਰੇ ਮਨ ਵਿੱਚ ਇਹ ਸ਼ੰਕਾ ਰਹਿ ਗਿਆ ਸੀ। ਇਹ ਤਾਂ ਮੈਨੂੰ ਪਤਾ ਸੀ ਕਿ ਤੁਸੀਂ ਦਾਸ ਵਾਸਤੇ ਇੱਥੇ ਹੀ ਗੰਗਾ ਲਿਆਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਬਚਨ ਕੀਤਾ ਕਿ ਆਪਣਾ ਗੜਵਾ ਕੱਢ ਕੇ ਲੈ ਕੇ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਲੰਮੇ ਸਮੇਂ ਦਾ ਜਿਹੜੀ ਮਾੜੀ ਮੋਟੀ ਸੰਤੁਸ਼ਟੀ ਰਹਿੰਦੀ ਸੀ ਉਹ ਵੀ ਮੇਰੀ ਪੂਰੀ ਹੋ ਗਈ। ਵਾਕਈ ਇਹ ਤੁਸੀਂ ਇੱਥੇ ਗੰਗਾ ਵਗਾ ਦਿੱਤੀ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਸੀ, ਕਹਿੰਦੇ ਜਿਸ ਨੇ ਇੱਥੇ ਇਸ਼ਨਾਨ ਕਰ ਲਿਆ ਉਹਨੇ ਗੰਗਾ ਦਾ ਇਸ਼ਨਾਨ ਕਰ ਲਿਆ। ਇੱਥੋਂ ਕੱਢਿਆ ਸੀ ਮਹਾਜਨ ਨੇ ਆਪਣਾ ਗੜਵਾ। ਭਾਰ ਲਾਉਣਾ ਕਹਿੰਦੇ ਲਾ ਲਾ, ਭਾਰ ਲਾਉਣਾ ਕਹਿੰਦੇ ਇੱਥੇ ਹੀ ਲਾ ਦਿੰਦੇ, ਤੈਨੂੰ ਗੰਗਾ 'ਤੇ ਜਾਣ ਦੀ ਲੋੜ ਨਹੀਂ। ਉਸੇ ਦਿਨ ਤੋਂ ਲੈ ਕੇ ਉਸੇ ਜਗ੍ਹਾ ਦਾ ਨਾਮ ਪਿਆ ਸੀ ਗੰਗਸਰ, ਜੈਤੋ, ਗੁਰੂ ਕੀ ਢਾਬ ਗੰਗਸਰ। ਅੱਜ ਜੈਤੋ ਦਾ ਨਾਮ ਅਸੀਂ ਲੈਂਦੇ ਹਾਂ, ਜੈਤੋ ਮੰਡੀ ਦਾ। ਬਹੁਤ ਸਾਰੇ ਸੱਜਣ ਨੇ ਜਿਹੜੇ ਉਹ ਗੰਗਸਰ ਜੈਤੋ ਬੋਲਦੇ ਨੇ ਉਸ ਨੂੰ। ਇੱਥੋਂ ਕੱਢਿਆ ਸੀ ਮਹਾਰਾਜ ਨੇ, ਇੱਥੇ ਹੀ ਗੰਗਾ ਵਗਾਈ ਸੀ। ਗੁਰੂ ਸਾਹਿਬ ਜੀ ਮਹਾਰਾਜ ਦਾ ਜਿਹੜਾ ਮਨੁੱਖ ਬਚਨ ਮੰਨ ਲਵੇ, ਜੇ ਬਚਨ ਮੰਨ ਲਿਆ ਤੇ ਜਿਹੜੀ ਜਗ੍ਹਾ 'ਤੇ ਤੂੰ ਬੈਠਾ ਉਸੇ ਹੀ ਜਗ੍ਹਾ 'ਤੇ ਤੈਨੂੰ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਨੇ ਦੇ ਦੇਣੀਆਂ ਨੇ। ਅਗਰਵਾਈਜ਼ ਜੇ ਬਚਨ ਨਾ ਮੰਨਿਆ ਫਿਰ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇਰੇ ਕੋਲੇ ਤਾਂ ਨਹੀਂ ਹੈ ਬਸ ਬੰਦੇ ਵਾਲਾ, ਬਾਕੀ ਕਰਮ ਤੇਰੇ ਜਿਹੜੇ ਨੇ ਉਹ ਬੰਦਿਆਂ ਵਾਲੇ ਨਹੀਂ ਹੈ। ਗੁਰੂ ਸਾਹਿਬ ਜੀ ਮਹਾਰਾਜ ਨੂੰ ਫਿਰ ਇਹ ਗੱਲ ਕਹਿਣੀ ਪੈ ਗਈ ਸੀ। ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੋ ਕਰ ਸੁਆਨ ਨਾਨਕ ਮਾਨੋ ਤਾਹੇ ਧਨ। ਜੇ ਸਿਮਰਨ ਬੰਦਗੀ ਨਹੀਂ ਨਾ ਕਰਦਾ, ਗੁਰੂ ਦੇ ਬਚਨ ਨੂੰ ਨਹੀਂ ਮੰਨਦਾ, ਇਹ ਗੁਰੂ ਦੇ ਬਚਨ ਜਿਹੜੇ ਨੇ ਸੌਖੇ ਸੌਖੇ ਜੇ ਮੰਨੇ ਹੋਏ ਨੇ ਬੰਦਿਆਂ ਨੇ ਸਾਰਿਆਂ ਨੇ ਆਪੋ, ਜਿਹੜੇ ਸੌਖੇ ਜੇ ਬਚਨ ਨੇ, ਸੌਖੇ ਸੌਖੀਆਂ ਗੱਲਾਂ ਸਾਰੀਆਂ ਮੰਨ ਲਈਆਂ। ਜਿਹੜੇ ਸਖਤ ਸ਼ਬਦ ਨੇ ਉਹਨਾਂ ਨੂੰ ਕੌਣ ਮੰਨੇਗਾ? ਸਾਰੇ ਮੰਨਣੇ ਪੈਣੇ ਨੇ ਮਹਾਰਾਜ ਦੇ ਬਚਨ।
ਆ 2-4 ਗੱਲਾਂ ਜੀਆਂ ਮੰਨ ਕੇ ਮਨੁੱਖ ਕਹਿੰਦਾ ਜੀ ਹੁਣ ਤਾਂ ਜਨਮ ਸਫਲਾ ਹੋ ਗਿਆ। ਭਲਿਆ ਤੂੰ ਬਾਬੇ ਨਾਨਕ ਤੋਂ ਪੁੱਛਿਆ ਕਰ, ਹਜੇ ਤੱਕ ਤਾਂ ਤੂੰ ਇਸ ਮਾਰਗ 'ਤੇ ਚੱਲੇ ਹੀ ਨਹੀਂ, ਹਜੇ ਤੱਕ ਤੇ ਚੱਲੇ ਹੀ ਨਹੀਂ ਇਸ ਮਾਰਗ 'ਤੇ। ਬਥੇਰੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਸ ਮਾਰਗ 'ਤੇ ਚੱਲਣ ਇਤ ਮਾਰਗ ਪੈਰ ਧਰੀਜੈ। ਮਹਾਰਾਜ ਦੇ ਬਚਨ ਸੁਣਦੇ ਆ ਨਾ, ਇਤ ਮਾਰਗ ਪੈਰ ਧਰੀਜੈ। ਐਸ ਮਾਰਗ 'ਤੇ ਜਦੋਂ ਤੂੰ ਪੈਰ ਧਰਨਾ ਹੈ, ਸਿਰ ਦੀਜੈ ਕਾਣ ਨਾ ਕੀਜੈ। ਤੇਰਾ ਜੇ ਸਿਰ ਵੀ ਵੱਢਿਆ ਜਾਵੇ ਫਿਰ ਵੀ ਤੂੰ ਕਾਣ ਨਾ ਕਰੀ, ਫਿਰ ਵੀ ਰੱਤੀ ਭਰ ਵੀ ਝਿਜਕੀ ਨਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮਹਾਰਾਜ ਦੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ। ਕੋਈ ਇਕੱਲੇ ਮਹਾਰਾਜ ਨੇ ਸਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਆਓ ਤੇ ਦੇਗ ਲੈ ਕੇ ਆਪਦੇ ਘਰੇ ਚਲੇ ਜਾਓ। ਇੰਨੀ ਗੱਲ ਨਹੀਂ, ਇਹ ਸੌਖਾ ਜਿਹਾ ਕਰਮ ਨਹੀਂ ਇਹ ਮਾਰਗ ਜਿਹੜਾ ਹੈਗਾ ਪੈਂਡਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੈਨੂੰ ਚਾਓ ਹੈਗਾ, ਤੇਰੇ ਮਨ ਵਿੱਚ ਖੇੜਾ ਹੈ ਨਾ ਕਿ ਮੈਂ ਗੁਰੂ ਸਾਹਿਬ ਜੀ ਮਹਾਰਾਜ ਨੂੰ ਮਿਲਣਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਆਪਣੀ ਤਲੀ ਤੇ ਆਪਣੇ ਘਰੋਂ ਸਿਰ ਤਲੀ ਤੇ ਰੱਖ ਕੇ ਸਾਡੇ ਕੋਲ ਆਈ। ਇਤ ਮਾਰਗ ਪੈਰ ਧਰੀਜੈ, ਧਰ ਲੈ ਪੈਰ ਇਸ ਮਾਰਗ ਤੇ। ਸਿਰ ਦੀਜੈ ਕਾਣ ਨਾ ਕੀਜੈ, ਬਚਨ ਮੰਨੀ ਸਿਰ ਦੇ ਦੀ ਇਹ ਨਾ ਮੰਨੀ। ਇਹ ਮਹਾਰਾਜ ਦੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਬਦ ਨੇ। ਔਰ ਗੁਰੂ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਮਹਾਰਾਜ ਜੀਆਂ ਨੇ ਇਹ ਬਚਨ ਸਾਡੇ ਵਾਸਤੇ ਕੀਤੇ ਹੋਏ ਨੇ। ਪਰ ਦੁਨੀਆ ਨੇ ਸੌਖਾ ਸੌਖਾ ਜਿਹਾ ਕੰਮ ਲੈ ਲਿਆ। ਕਹਿੰਦੇ ਤਰੱਕੀ ਕਰਦੇ ਅਸੀਂ। ਕਾਹਦੀਆਂ ਤਰੱਕੀਆਂ ਨੇ? ਇਹ ਖਾਣ ਪੀਣ ਦੀਆਂ, ਪਹਿਨਣ ਹੰਡਾਉਣ ਦੀਆਂ ਤਰੱਕੀਆਂ ਹੋਈਆਂ ਨੇ। ਹੋਰ ਤਰੱਕੀ ਤਰੁੱਕੀ ਕਿਸੇ ਕੋਲੇ ਕੋਈ ਨਹੀਂ ਹੈ ਇੱਥੇ। ਦੁਨੀਆ ਕਹਿੰਦੀ ਅਸੀਂ ਤਰੱਕੀ ਕੀਤੀ ਹੈ। ਸਾਡੇ ਵਾਲੇ ਇਹ ਪਹਿਲਾਂ ਤਾਂ ਗੁਰਦੁਆਰਿਆਂ ਦੇ ਵਿੱਚ ਫਿੱਕੀਆਂ ਖਿੱਲਾਂ ਵਰਤਦੀਆਂ ਹੁੰਦੀਆਂ ਸੀ, ਫਿੱਕੀਆਂ ਖਿੱਲਾਂ। ਉਸ ਤੋਂ ਬਾਅਦ ਮਿੱਠੀਆਂ ਖਿੱਲਾਂ ਦੇ ਵਿੱਚ ਫਿੱਕੀਆਂ ਰਲਾ ਕੇ ਚੱਲਣ ਲੱਗ ਗਈਆਂ। ਪਤਾਸੇ ਆ ਗਏ, ਹੁਣ ਦੇਗ ਬਣਨ ਲੱਗ ਗਈ। ਇਹ ਸਾਡੇ ਸਾਰੇ ਹੀ ਇਸ ਭੁਲੇਖੇ ਦੇ ਵਿੱਚ ਨੇ। ਕਹਿੰਦੇ ਅਸੀਂ ਬਹੁਤ ਵੱਡੀ ਤਰੱਕੀ ਕਰ ਲਈ। ਬਥੇਰੇ ਤਾਂ ਇਸ ਗੱਲ ਦਾ ਵੀ ਹੰਕਾਰ ਕਰਦੇ ਨੇ। ਸਾਡੇ ਤਾਂ ਡੇਲੀ ਬੇਸ 'ਤੇ ਗੁਰਦੁਆਰੇ ਦੇ ਵਿੱਚ ਦੇਗ ਬਣਦੀ ਹੈ। ਬਹੁਤੇ ਹੰਕਾਰ ਕਰਦੇ ਨੇ, ਮਿਲਦੇ ਨੇ ਨਾ ਸਾਨੂੰ ਬਾਹਰ ਅੰਦਰ ਜਾਂਦੇ ਨੇ। ਤਰੱਕੀ ਹੈ। ਖਿੱਲਾਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਵਰਤਦੀਆਂ, ਠੀਕ ਹੈ ਵੀ ਸਮੇਂ ਸਮੇਂ ਦੇ ਮੁਤਾਬਕ ਸਾਰੀਆਂ ਗੱਲਾਂ ਸੋਭਨੀਕ ਨੇ, ਸੋਭਾ ਦਿੰਦੀਆਂ ਨੇ, ਸਾਨੂੰ ਕਰਨਾ ਚਾਹੀਦਾ। ਪਰ ਜਿਹੜਾ ਕਰਮ ਅਸੀਂ ਕਰਦੇ ਹਾਂ, ਪਲਟ ਕੇ ਉਸੇ ਕੰਮ ਦੇ ਹੰਕਾਰੀ ਹੋ ਜਾਂਦੇ ਹਾਂ। ਜਦੋਂ ਹੰਕਾਰੀ ਹੋ ਗਏ ਤੇ ਸਾਡਾ ਕੀਤਾ ਹੋਇਆ ਕਰਮ ਜਿਹੜਾ ਹੈ ਉਹ ਸਾਰੇ ਦਾ ਸਾਰਾ ਨਿਫਲ ਚਲਿਆ ਜਾਂਦਾ ਹੈ। ਜਦੋਂ ਹੰਕਾਰੀ ਹੋ ਗਏ। ਤਰੱਕੀਆਂ ਹੋਰਾਂ ਚੀਜ਼ਾਂ ਦੀਆਂ ਬਥੇਰੀਆਂ ਨੇ। ਤਰੱਕੀਆਂ ਸਿਮਰਨ ਬੰਦਗੀ ਕਰਨ ਦੀਆਂ ਤਰੱਕੀਆਂ ਨੇ। ਉਹਦੇ ਵਿੱਚ ਘੰਟਾ 2 ਘੰਟੇ ਦਿਨ ਦੇ ਵਿੱਚ ਕੋਈ ਸਿਮਰਨ ਬੰਦਗੀ ਕਰੇ, ਕੋਈ ਗੁਰੂ ਘਰ ਦੇ ਵਿੱਚ ਬੈਠ ਕੇ, ਤਰੱਕੀ ਮੰਨ ਲੇ। ਲਗਾਤਾਰ ਕੋਈ ਸੇਵਾ ਕਰਦਾ ਰਵੇ, ਉਹਨੂੰ ਤਰੱਕੀ ਮੰਨੀ ਜਾ ਸਕਦੀ ਹੈ। ਇਹ ਤਰੱਕੀਆਂ ਠੀਕ ਹੈ, ਸਮੇਂ ਸਮੇਂ ਦੇ ਮੁਤਾਬਕ ਸਾਰੀਆਂ ਗੱਲਾਂ ਸੋਭਨੀਕ ਬਣਦੀਆਂ ਨੇ। ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਦੀ ਮਹਾਨ ਕਿਰਪਾ ਹੈ ਸਾਡੇ 'ਤੇ। ਜਿੰਨੀ ਕੁ ਕਿਸੇ ਕੋਲੇ ਤੁੱਛ ਬੁੱਧੀ ਹੁੰਦੀ ਹੈ, ਉਹ ਬੁੱਧੀ ਆਪ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਬੁੱਧੀ ਦੇ ਮੁਤਾਬਕ ਸਾਰੇ ਹੀ ਚੰਗੇ ਨੇ ਆਪਣੀ ਜਗ੍ਹਾ 'ਤੇ। ਪਰ ਜਿਹੜੇ ਇਹ ਸੀ, ਉਹ ਜਿਹੜੇ ਗੁਰੂ ਸਾਹਿਬ ਜੀ ਮਹਾਰਾਜ ਦੇ, ਜਦੋਂ ਅਸੀਂ ਕਿਸੇ ਵੀ ਕਰਮ 'ਤੇ ਹੰਕਾਰੀ ਹੋ ਜਾਂਦੇ ਹਾਂ, ਉੱਥੇ ਜਾ ਕੇ ਸਾਡੇ ਧਰਮ ਦੇ ਕੀਤੇ ਹੋਏ ਸਾਰੇ ਦੇ ਸਾਰੇ ਕਰਮ ਨੇ ਫਲ ਚਲੇ ਜਾਂਦੇ ਨੇ, ਸਭ ਦੇ ਸਭ। ਚਲੋ ਇਸ ਤੋਂ ਅਗਾਹਾਂ ਮੈਂ ਤੁਹਾਨੂੰ ਹੋਰ ਕੋਈ ਸ਼ਬਦ ਨਹੀਂ ਬੋਲਾਂਗਾ, ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਜਿੰਨੀ ਕੁ ਬੁੱਧੀ ਮਹਾਰਾਜ ਨੇ ਬਖਸ਼ੀ ਹੈ, ਉਹ ਤਰੱਕੀਆਂ ਅਲੱਗ ਜਗ੍ਹਾ 'ਤੇ ਨੇ। ਸਿਮਰਨ ਬੰਦਗੀ ਕਰਕੇ ਗੁਰੂ ਦੇ ਘਰ ਦੇ ਵਿੱਚ ਰੌਣਕਾਂ ਲੱਗਣੀਆਂ, ਇਹ ਅਲੱਗ ਤਰੱਕੀਆਂ ਨੇ। ਇਹ ਅਲੱਗ ਤਰੱਕੀਆਂ ਨੇ। ਦੁਨੀਆ ਜਿਹੜੇ ਪਾਸੇ ਜਾਂਦੀ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਅਸੀਂ ਪੂਰਨ ਰੂਪ ਦੇ ਵਿੱਚ ਪੜਚੋਲ ਕਰਕੇ ਸ਼ਬਦਾਂ ਦਾ ਪੂਰਨ ਰੂਪ ਦੇ ਵਿੱਚ ਸਾਹਮਣੇ ਰੱਖਦੇ ਹਾਂ, ਅਤੇ ਮਨੁੱਖ ਨੂੰ ਸ਼ਬਦ ਸੁਣਦਿਆਂ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਵੀ ਮਣਾ ਤੂੰ ਤਾਂ ਭੁਲੇਖੇ ਦੇ ਵਿੱਚ ਸੀਗਾ। ਜਿੰਨੇ ਕਰਮ ਕਰਦਿਆਂ ਸਭ ਦੇ ਸਭ ਤੇਰੇ ਨਿਫਲ ਚਲੇ ਗਏ।
ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁਟੈ। ਇਹ ਤਾਂ ਸਾਰੇ ਦੇ ਸਾਰੇ ਰਸਤੇ ਵਿੱਚ ਲੁੱਟੇ ਜਾਣੇ ਨੇ। ਤੋ ਇਸ ਕਿਸੇ ਵੀ ਗੱਲ ਦਾ ਜਿਹੜਾ ਉਹ ਹੈ, ਉਹ ਹੰਕਾਰ ਮਨੁੱਖ ਨੂੰ ਨਹੀਂ ਕਰਨਾ ਚਾਹੀਦਾ। ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੈ। ਇਸੇ ਗੱਲ ਨੂੰ ਤਰੱਕੀ ਸਮਝੀ ਜਾਂਦਾ। ਤੇ ਮਹਾਰਾਜ ਕੁਛ ਹੋਰ ਬਚਨ ਕਰਦੇ ਨੇ, ਜੇ ਗੁਰਮੁਖਾ ਤਰੱਕੀਆਂ ਕਰਨੀਆਂ ਨੇ, ਤਰੱਕੀਆਂ ਕਰਨ ਦੇ ਹੋਰ ਰਸਤੇ ਤੇਰੇ ਕੋਲ ਹਜੇ ਹੋਰ ਵੀ ਬਹੁਤ ਨੇ। ਇੱਥੇ ਹੀ ਤਰੱਕੀਆਂ ਦੇ ਰਸਤੇ ਮੁੱਕ ਨਹੀਂ ਜਾਂਦੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਿਸੇ ਵੀ ਕਰਮ ਕਰਕੇ ਹੰਕਾਰੀ ਹੋਣਾ, ਇਹ ਕਰਮ ਚੰਗਾ ਕਰਮ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਬਹੁਤੀ ਦੁਨੀਆ ਦੇ ਵਿੱਚ ਹੰਕਾਰੀ ਦੇਖੇ ਨੇ। ਕਹਿੰਦੇ ਜੀ ਮੈਨੂੰ ਇੱਕ ਗੁਰਮੁਖ ਸੱਜਣ ਮਿਲੇ ਸੀਗੇ, ਕਥਾ ਕੀਰਤਨ ਕਰਨ ਗਏ ਨੂੰ। ਕਹਿੰਦੇ ਸਾਡੇ ਗੁਰਦੁਆਰੇ 'ਚ 2 ਕਿਲੋ ਦੀ ਦੇਗ ਲੱਗ ਜਾਂਦੀ ਹੈ ਸੁਬਾਹ, ਅਸੀਂ ਇੰਨੀ ਦੇਗ ਬਣਾਉਂਦੇ ਹਾਂ। ਬਹੁਤ ਚੰਗੀ ਗੱਲ ਹੈ, ਚੰਗੀ ਗੱਲ ਹੈ। ਕਰੀ ਗਏ। ਪਹਿਲਾਂ ਤਾਂ ਮੈਂ ਚੁੱਪ ਰਿਹਾ 2-4 ਵਾਰੀ, ਕਿਉਂ ਇਹ ਹੁੰਦਾ ਵੀ ਚਲੋ ਮੂਰਖ ਬੰਦੇ ਨਾਲ ਕੀ ਹੁਣ ਲੁੱਝਣਾ, ਇਹਦੇ ਨਾਲ ਕੋਈ ਸਿਰ ਖਪਾਈ ਥੋੜ੍ਹੋ ਕਰਨੀ ਹੈ, ਨਾ ਹੀ ਹਟੇ। ਮੈਂ ਕਿਹਾ ਫਿਰ ਤੁਸੀਂ ਇੰਝ ਕਰੋ, ਤੁਸੀਂ ਪੁਰਾਣੇ ਜ਼ਮਾਨੇ 'ਚ ਹੀ ਆ ਜਾਓ, ਤੁਸੀਂ ਕੱਲ੍ਹ ਤੋਂ ਖਿੱਲਾਂ ਵਰਤਾ ਦਿਆ ਕਰੋ, ਖਿੱਲਾਂ ਵਰਤਾ ਦਿਆ ਕਰੋ। ਕਹਿੰਦੇ ਜੀ ਖਿੱਲਾਂ ਤਾਂ ਸੰਗਤ ਨੇ ਨਹੀਂ ਲੈਣੀਆਂ। ਮੈਂ ਕਿਹਾ ਸੰਗਤ ਤੋਂ ਡਰਦੇ ਮਾਰੇ ਤੁਸੀਂ ਦੇਗ ਬਣਾਉਂਦੇ, ਤਾਂ ਹੀ ਤੁਸੀਂ ਨਹੀਂ ਖਿੱਲਾਂ ਵਰਤਾਉਂਦੇ। ਸੰਗਤ ਹੀ ਤੁਹਾਨੂੰ ਦਿੰਦੀ ਹੈ ਸਾਰਾ ਕੁਛ, ਤੁਸੀਂ ਕਿਹੜਾ ਮੈਂ ਇਹਨੂੰ ਕਿ ਤੂੰ ਕਿੱਥੋਂ ਲਿਆ ਕੇ ਦੇਗ ਬਣਾ ਦਿੰਦਾ? ਗੁਰੂ ਦੀ ਸੰਗਤ ਦੀ ਹੈ। ਕਹਿੰਦੇ ਹਾਂ ਸੰਗਤ ਹੀ ਦਿੰਦੀ ਹੈ, ਅਤੇ ਸੰਗਤ ਦਿੰਦੀ ਹੈ ਤਾਂ ਤੁਸੀਂ ਦੇਗ ਬਣਾਉਣੇ। ਜੇ ਸੰਗਤ ਹੀ ਨਾ ਦੇਵੇ ਫਿਰ ਤੁਸੀਂ ਤਾਂ ਖਿੱਲਾਂ ਹੀ ਵਰਤਾਓਗੇ। ਕਿਸੇ ਵੀ ਹਾਵ ਭਾਵ ਜੋ ਵੀ ਕਰਮ ਕਰਨਾ ਹੈ, ਅਸੀਂ ਸੰਸਾਰ ਦੇ ਲੈਵਲ 'ਤੇ ਲਾ ਲਓ, ਸਮਾਜ ਦੇ ਲੈਵਲ 'ਤੇ ਲਾ ਲਓ, ਰਾਜਨੀਤਿਕ ਲੈਵਲ 'ਤੇ ਲਾ ਲਓ, ਧਰਮ ਲੈਵਲ 'ਤੇ ਲਾ ਲਓ, 3 ਲੈਵਲ 'ਤੇ ਬੰਦਾ ਆਪਣੀ ਜ਼ਿੰਦਗੀ ਜਿਉਂਦਾ ਹੈ। ਜਿੰਨੇ ਵੀ ਕਰਮ ਕਰਨੇ ਨੇ ਉਹਨਾਂ ਦੇ ਵਿੱਚੋਂ ਹੰਕਾਰ ਨੂੰ ਕੱਢ ਕੇ ਕਰਿਓ। ਜੇ ਹੰਕਾਰ ਦੇ ਵਸ ਹੋ ਕੇ ਤੁਸੀਂ ਕਰਮ ਕਰੋਗੇ, ਉਹ ਸਾਰੇ ਦੇ ਸਾਰੇ ਕਰਮਾਂ ਦੇ ਵਿੱਚੋਂ ਬਦਬੂ ਆਵੇਗੀ, ਕਿਸੇ ਦੇ ਵਿੱਚੋਂ ਸੁਗੰਧੀ ਨਹੀਂ ਆਊਗੀ। ਬੋਲਣ ਦੇ ਵਿੱਚੋਂ, ਦੇਖਣ ਦੇ ਵਿੱਚੋਂ, ਸੁਣਨ ਦੇ ਵਿੱਚੋਂ ਤੁਹਾਨੂੰ ਬਦਬੂ ਆਵੇਗੀ। ਅਤੇ ਦੁਰਗੰਧ ਕੌਣ ਲੈਣੀ ਚਾਹੁੰਦਾ? ਸੁਗੰਧੀ ਤਾਂ ਹਰੇਕ ਕੋਈ ਪਸੰਦ ਕਰਦਾ ਹੈ। ਘਰ ਦੇ ਵਿੱਚ ਫੁੱਲਾਂ ਦੇ ਬੂਟੇ ਤਾਂ ਹਰੇਕ ਕੋਈ ਲਾਉਂਦਾ ਹੈ, ਪਰ ਤੁਸੀਂ ਦੇਖਿਆ ਕਿ ਘਰ ਦੇ ਵਿੱਚ ਕੋਈ ਆਪਣੇ ਕੋਈ ਗੋਹੇ ਕੂੜੇ ਨੂੰ ਖਿਲਾਰਦਾ ਹੋਵੇ, ਉਹਨੂੰ ਤਾਂ ਸਾਫ਼ ਕਰ ਕਰਕੇ ਬਾਹਰ ਸੁੱਟਿਆ ਜਾਂਦਾ, ਫੁੱਲਾਂ ਨੂੰ ਆਪਣੇ ਘਰ ਦੇ ਵਿੱਚ ਲਾਇਆ ਜਾਂਦਾ, ਸੁਗੰਧੀ ਵਾਸਤੇ ਲੱਗਦਾ। ਦੁਰਗੰਧ ਕੋਈ ਲੈਣਾ ਨਹੀਂ ਚਾਹੁੰਦਾ। ਅਤੇ ਇਹ ਦੁਰਗੰਧ ਜਿਹੜੀ ਹੈ, ਇਹ ਦੁਰਗੰਧ ਹੰਕਾਰ ਦੇ ਵਿੱਚੋਂ ਹੀ ਸਾਰਾ ਕੁਛ ਪੈਦਾ ਹੋਣਾ। ਮਹਾਰਾਜ ਕਹਿੰਦੇ ਜੋ ਵੀ ਕਰਮ ਕਰਨਾ ਹੈ ਉਹ ਕਰਮ ਕਰ, ਸੰਸਾਰ ਵਿੱਚ ਕਰ, ਰਾਜਨੀਤਿਕ ਲੈਵਲ 'ਤੇ ਕਰ, ਧਰਮ ਦੇ ਲੈਵਲ 'ਤੇ ਕਰ, ਪਰ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛ ਕੇ ਕਰੀਂ, ਤਾਂ ਕਿ ਉਹਦੇ ਵਿੱਚ ਹੰਕਾਰ ਨਾ ਹੋਵੇ। ਮਹਾਰਾਜ ਕਹਿੰਦੇ ਜੋ ਵੀ ਕਰਮ ਕਰਨਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਸੁਚੇਤ ਕੀਤਾ। ਮਹਾਰਾਜ ਦਾ ਬਚਨ ਮੰਨਿਆ ਉਸ ਮਹਾਂਜਨ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਹੀ ਜਗ੍ਹਾ 'ਤੇ ਗੰਗਾ ਪ੍ਰਗਟ ਕਰਤੀ ਸੀ, ਫਿਰ ਹੀ ਉਸ ਦਾ ਨਾਮ ਸੀ ਜਿਹੜਾ ਗੰਗ ਸਰ ਪਿਆ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿਹੜੇ ਅਸੀਂ ਭੋਗ ਦੇ ਸ਼ਲੋਕ ਪੜ੍ਹਦੇ ਹਾਂ, ਸੁਣਦੇ ਹਾਂ, ਅਕਾਲ ਪੁਰਖ ਮਹਾਰਾਜ ਜੀਆਂ ਨੇ ਇਹ ਸਾਨੂੰ ਅਨਮੋਲ ਖਜ਼ਾਨਾ ਅਕਾਲ ਪੁਰਖ ਨੇ ਆਪਣਾ ਬਖਸ਼ਿਆ ਹੈ। ਅਸੀਂ ਨਿੱਤਾ ਪ੍ਰਤੀ ਕਰਮ ਅਨੁਸਾਰ ਲਾਹੇ ਪ੍ਰਾਪਤ ਕਰਦੇ ਹਾਂ। ਮਹਾਰਾਜ ਦੇ ਚਰਨਾਂ ਵਿੱਚੋਂ ਜੋ ਵੀ ਅਸੀਂ ਬਚਨ ਸੁਣਦੇ ਹਾਂ, ਮਹਾਰਾਜ ਕਿਰਪਾ ਕਰਨ ਉਹ ਬਚਨ ਅਸੀਂ ਮੰਨਣ ਦੇ ਯਤਨ ਕਰੀਏ, ਅਤੇ ਸਾਡੀ ਜ਼ਿੰਦਗੀ ਦੇ ਵਿੱਚ ਮਹਾਰਾਜ ਦੇ ਉਹ ਬਚਨ ਲਾਗੂ ਹੋ ਜਾਣ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਸਮਾਪਤੀ ਦਾ ਸਮਾਂ ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।